दीदी दीदी हाँ दीदी थोड़ा बटुआ। बटुआ? हाँ बटुए नू मैं फुल्लां वाले रुमाल च पैसे लपेट के लेके जानी है। पूरे 10,000 दा है, समझा? 10,000 दा क्यों? ਇਹਦੇ ਚ ਪੈਸੇ ਪਏ ਡਬਲ ਹੋ ਜਾਂਦੇ ਆ। ओ शट अप, जा जाके अपना काम कर। हाँ, बटुआ। बोल। सिमरन दीदी निकल गए। निकल के की हुंदा ओए? ਉਹ ਆ ਰਿਹਾ ਇਹ ਨਹੀਂ ਬੋਲ ਸਕਦਾ। ਸਿੱਧੂ ਸਾਹਿਬ ਦੀ ਸਕੀ ਭੈਣ ਕੰਮ ਤੇ ਚੱਲੀ ਆ, ਸਾਲਾ ਕਹਿੰਦਾ ਨਿਕਲ ਗਏ। ਪਤਾ ਨਹੀਂ ਕਿਹੜੀ ਮਾੜੀ ਘੜੀ ਨੂੰ ਮੈਂ ਇਹ ਜਿਹਾ ਨੌਕਰ ਰੱਖ ਲਿਆ। सॉरी पाजी, सिमरन दीदी आ रहे ने। ਤੈਨੂੰ 20 ਵਾਰੀ ਸਮਝਾਇਆ ਕਿ ਮੈਨੂੰ ਭਾਜੀ ਨਾ ਕਿਹਾ ਕਰ। ਪ੍ਰੋਫੈਸਰ ਸਾਹਿਬ ਕਿਹਾ ਕਰ। ਜੇ ਮੈਨੂੰ ਭਾਜੀ ਕਹਿਣ ਦਾ ਇੰਨਾ ਹੀ ਸ਼ੌਕ ਆ ਨਾ, ਫਿਰ ਸਿਮਰਨ ਨੂੰ ਦੀਦੀ ਕਹਿਣ ਦੀ ਲੋੜ ਨਹੀਂ। ਸਾਲਾ ਹੋਰ ਹੀ ਰਿਸ਼ਤਿਆਂ ਦੀ ਮਿਕਸ ਵੈਜ ਬਣਾ ਕੇ ਧਰ ਦਿੰਦਾ। समझ गया जी। ਕੀ ਸਮਝਿਆ? यही भी आज तो कदे भी घरे मिक्स वेज नहीं बनानी। ਦੁਰ ਫਿਟੇ ਮੂੰਹ। Oh my God! ਗੁੱਡ ਮਾਰਨਿੰਗ। ਤੁਹਾਡੇ ਵਾਲੀ ਵੀ ਹੱਦ ਹੈ ਪ੍ਰੋਫੈਸਰ ਸਾਹਿਬ। ਤੁਸੀਂ ਨਾ ਕਿਸੇ ਦਿਨ ਮੈਨੂੰ ਦਿਲ ਦਾ ਦੌਰਾ ਪਾ ਦੇਣਾ ਹੈ। ਤੁਹਾਨੂੰ ਤਾਂ ਦੌਰਾ ਕਿਸੇ ਦਿਨ ਪੈਣਾ ਡਾਕਟਰ ਸਾਹਿਬ, ਪਰ ਇਸ ਤਰਸਯੋਗ ਮਰੀਜ਼ ਦੀ ਹਾਲਤ ਤਾਂ ਦੇਖੋ, ਜਿਹਦਾ ਦਿਲ ਤੁਹਾਡੇ ਮਗਰ ਸਦਾ ਹੀ ਦੌਰਿਆਂ ਤੇ ਰਹਿੰਦਾ। ਜੇ ਦਿਲ ਦੌਰਿਆਂ ਤੇ ਰਹਿੰਦਾ ਹੈ ਨਾ, ਤਾਂ ਉਹਨੂੰ ਤੰਦਰੁਸਤ ਰੱਖਣ ਲਈ ਰੋਜ਼ 6 ਕਿਲੋਮੀਟਰ ਸੈਰ ਕਰਿਆ ਕਰੋ। ਤੇ ਜਨਾਬ ਦੀ ਕਲੀਨਿਕ ਵੀ ਤਾਂ ਪੂਰੇ 6 ਕਿਲੋਮੀਟਰ ਹੀ ਆ। ਅਸੀਂ ਤਾਂ ਇਹ ਸੋਚ ਕੇ ਤੁਹਾਨੂੰ ਰੋਜ਼ ਕਲੀਨਿਕ ਤੱਕ ਛੱਡਣ ਚਲੇ ਜਾਈਦਾ, ਸ਼ਾਇਦ ਇਸੇ ਬਹਾਨੇ ਦਿਲ ਦੀ 6 ਕਿਲੋਮੀਟਰ ਸੈਰ ਹੋ ਜਾਵੇ। ਇਹ ਸੈਰ ਨਾਲ ਤੁਹਾਡੀ ਗੱਡੀ ਦਾ ਪੈਟਰੋਲ ਘੱਟ ਹੋਣਾ, ਤੁਹਾਡਾ ਕੋਲੇਸਟ੍ਰੋਲ ਨਹੀਂ ਘਟਣਾ। ਏਦਾਂ ਕਰੋ, ਤੁਸੀਂ ਕਿਸੇ ਡਾਕਟਰ ਨੂੰ ਦਿਖਾਓ। ਕੀ ਗੱਲ ਤੁਸੀਂ ਡਾਕਟਰ ਨਹੀਂ, ਪੈਸੇ ਦੇ ਕੇ ਡਿਗਰੀ ਲਈ ਆ? ਮੈਂ ਦਿਲ ਵਾਲੇ ਡਾਕਟਰ ਨੂੰ ਦਿਖਾਉਣ ਦੀ ਗੱਲ ਕਰ ਰਹੀ ਹਾਂ। ਅੱਛਾ, ਕੋਈ ਡਾਕਟਰ ਦਿਲ ਤੋਂ ਬਗੈਰ ਵੀ ਹੁੰਦਾ? ਤੁਸੀਂ ਵੀ ਸੱਚੇ ਹੋ। ਜੇ ਤੁਹਾਡਾ ਦਿਲ ਹੁੰਦਾ ਇੰਨੇ ਝੂਠੇ ਲੈਣ ਦੇ ਬਾਵਜੂਦ ਹੁਣ ਤੱਕ ਪਿਘਲਿਆ ਨਾ ਹੁੰਦਾ। ਤੁਸੀਂ ਸਾਡੇ ਕਿਰਾਏਦਾਰ ਹੋ, ਸਿਰਫ ਕਿਰਾਏਦਾਰ ਬਣ ਕੇ ਰਹੋ। ਪ੍ਰੋਫੈਸਰ ਸਾਹਿਬ, ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ, ਪਲੀਜ਼ ਮਾਈਂਡ ਨਾ ਕਰਨਾ। ਅੱਜ ਲਾਸਟ ਟਾਈਮ ਮੈਂ ਤੁਹਾਡੇ ਤੋਂ ਲਿਫਟ ਲੈ ਰਹੀ ਹਾਂ। ਵੈਸੇ ਵੀ ਵਿਆਹ ਤੋਂ ਬਾਅਦ ਘਰ ਵਾਲਿਆਂ ਨੂੰ ਲਿਫਟ ਦਿੰਦਾ ਕੌਣ ਆ? ਤੂੰ ਕਹਣਾ ਮੈਨੂੰ ਕਲੀਨਿਕ ਛੱਡ ਕੇ, ਮੈਂ ਕਹਣਾ ਰਿਕਸ਼ਾ ਕਰ ਲਾਂ। ਆ ਜਾਓ, ਹੁਣ ਮੈਂ ਲੇਟ ਹੋ ਗਈ ਹਾਂ। ਲੇਟ ਤੁਸੀਂ ਇਕੱਲੇ ਹੀ ਨਹੀਂ, ਲੇਟ ਆਪਾਂ ਦੋਨੋਂ ਹੀ ਬਹੁਤ ਹੋ ਗਏ ਆ। ਤੁਸੀਂ ਨਾ ਸੁਧਰਿਓ। ਗੌਰ ਤਾਂ ਫਰਮਾਓ। ਤੁਸੀਂ ਫੇਰ ਮੇਰੇ ਵਿਆਹ ਦਾ ਗਿੱਲਾ ਪੀਣ ਪਾ ਕੇ ਬਹਿ ਗਏ। ਵੀਰ ਜੀ, ਮੈਂ ਤੁਹਾਨੂੰ ਕਿੰਨੀ ਵਾਰ ਕਿਹਾ, ਜੇ ਮੈਨੂੰ ਕੋਈ ਮੁੰਡਾ ਪਸੰਦ ਆਏਗਾ ਨਾ, ਤਾਂ ਮੈਂ ਤੁਹਾਨੂੰ ਆਪੇ ਹੀ ਦੱਸ ਦਿਆਂਗੀ। ਸਿਮਰਨ ਆਪਣੀ ਉਮਰ ਵੱਲ ਵੀ ਤਾਂ ਦੇਖ, ਫਿਰ ਬਾਅਦ ਚ ਰਹਿੰਦ ਖੂਨ ਦੀ ਮਿਲਣੀ ਹੈ, ਫਿਰ ਕਹੇਗੀ ਮੈਨੂੰ ਬੁੜੇ ਨਾਲ ਵਿਆਹ ਤਾ। ਕਿਉਂ, ਬੁੜਿਆਂ ਦਾ ਦਿਲ ਨਹੀਂ ਹੁੰਦਾ? ਵਾਹ, ਕਿੱਡੀ ਸਿਆਣੀ ਗੱਲ ਕੀਤੀ ਹੈ ਸਿੱਧੂ ਸਾਹਿਬ। ਉਹ ਵੀ ਸੰਡੇ ਨੂੰ ਨਹੀਂ, ਆਮ ਤੌਰ ਤੇ ਕੁੜੀਆਂ ਸੰਡੇ ਨੂੰ ਕਿੱਥੇ ਸਿਆਣੀਆਂ ਗੱਲਾਂ ਕਰਦੀਆਂ। ਉਹਨਾਂ ਦੇ ਪਾਦੀ ਛੁੱਟੀਆਂ ਤਾਂ ਛੁੱਟੀ ਹੈ। ਵੈਸੇ ਸਿਮਰਨ ਜੀ, ਹਾਂ, ਕੌਣ, ਕਿਹਨੂੰ, ਕਦੋਂ, ਕਿੱਥੇ ਟੱਕਰ ਜਵੇ, ਕੁਝ ਕਹਿ ਸਕਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸਤਨਾਮ ਸਿੰਘ। ਮੈਂ ਸੁਣਿਆ ਤੁਹਾਨੂੰ ਡਰਾਈਵਰ ਦੀ ਲੋੜ ਹੈ। ਤੇਰੇ ਕੰਨ ਵੱਜਦੇ ਆ? ਅਸੀਂ ਤਾਂ ਬੋਲੇ ਨਹੀਂ, ਤੈਨੂੰ ਕਿੱਥੋਂ ਸੁਣ ਗਿਆ? ਉਹ ਤੁਹਾਡੀ ਗੱਡੀ ਖੜੀ ਦੇਖੀ, ਮੈਂ ਸੋਚਿਆ ਤੁਹਾਨੂੰ ਡਰਾਈਵਰ ਦੀ ਲੋੜ ਹੋਣੀ ਹੈ। ਸ਼ਾਬਾਸ਼, ਗੱਡੀ ਖੜੀ ਦੇਖ ਲਈ ਤੇ ਤੁੱਕਾ ਲਾ ਲਿਆ ਤੁਹਾਨੂੰ ਡਰਾਈਵਰ ਦੀ ਲੋੜ ਹੋਣੀ ਆ। ਤੇ ਜੇ ਕਿਤੇ ਤੂੰ ਗੁੱਡੀ ਖੜੀ ਦੇਖ ਲੈਂਦਾ, ਤੂੰ ਤਾਂ ਸਿੱਧਾ ਰਿਸ਼ਤਾ ਲੈ ਆਉਣਾ ਸੀ ਘਰੇ। ਸਿਮਰਨ, ਤੁਸੀਂ ਕਿਉਂ ਖੜੇ ਹੋ? ਬੈਠੋ। ਤੁਸੀਂ ਗਲਤ ਮਤਲਬ ਕਰ ਰਹੇ ਹੋ ਪ੍ਰੋਫੈਸਰ ਸਾਹਿਬ। ਇੱਕ ਮਿੰਟ, ਤੈਨੂੰ ਕਿਵੇਂ ਪਤਾ ਲੱਗਿਆ ਮੈਂ ਪ੍ਰੋਫੈਸਰ ਸਾਹਿਬ ਹਾਂ? ਕਿਉਂਕਿ ਇੰਨੇ ਸਵਾਲ ਤਾਂ ਕੋਈ ਟੀਚਰ ਜਾਂ ਪ੍ਰੋਫੈਸਰ ਹੀ ਪੁੱਛ ਸਕਦਾ ਹੈ। ਇਹ ਤੁਹਾਡੀ ਟੀਚਰ ਵਾਲੀ ਉਮਰ ਲੱਗਦੀ ਨਹੀਂ। ਇਹਨੂੰ ਸੱਦਿਆ ਕੀ ਨੇ ਇੱਥੇ? ਉਹ ਭੁੱਲਰ ਸਾਹਿਬ, ਮੈਂ ਹੀ 2-4 ਬੰਦਿਆਂ ਨੂੰ ਕਿਹਾ ਸੀ, ਹੋ ਸਕਦਾ ਉਹਨਾਂ ਚੋਂ ਕਿਸੇ ਨੇ ਭੇਜਤਾ ਹੋਏ। ਬਾਈ ਦਾ ਵੇ, ਮੇਰੇ ਹੁੰਦੇ ਤੁਹਾਨੂੰ ਡਰਾਈਵਰ ਰੱਖਣ ਦੀ ਲੋੜ ਕੀ ਆ? ਭੁੱਲਰ ਸਾਹਿਬ, ਜਿਹੜਾ ਤੁਸੀਂ ਮੈਨੂੰ ਰੋਜ਼ ਛੱਡ ਆਉਂਦੇ ਹੋ, ਇਹ ਤਾਂ ਤੁਹਾਡਾ ਬੁਢਾਪਨ ਹੈ। ਬੁਢਾਪਨ ਨਹੀਂ ਹੁੰਦਾ, ਬੁਢਾਪਨ ਹੁੰਦਾ। ਆ ਬੁਢਾਪਣ ਕਹਿ ਕੇ ਮੈਨੂੰ ਬੁਢਾਪੇ ਦਾ ਅਹਿਸਾਸ ਨਾ ਦਿਵਾਓ। ਬੁਢਾਪਨ ਤਾਂ ਤੁਹਾਡਾ ਹੋਊਗਾ ਜੀ, ਜੇ ਤੁਸੀਂ ਮੈਨੂੰ ਇਸ ਨੌਕਰੀ ਤੇ ਰੱਖ ਲਓ। ਬੁਢਾਪਣ ਵਾਲੀ ਕੋਈ ਗੱਲ ਨਹੀਂ, ਇਸ ਮਾਮਲੇ 'ਚ ਤੂੰ ਮੈਨੂੰ ਕਮੀਨਾ ਹੀ ਸਮਝ। ਅੱਛਾ, ਬਾਕੀ ਇੱਧਰੋਂ ਪੁੱਛ ਲਾ। ਪੁੱਛਣਾ ਕੀ ਹੈ, ਸਾਨੂੰ ਹੋਰ ਕੀ ਚਾਹੀਦਾ? ਜੇ ਕੋਈ ਸਿਆਣੀ ਉਮਰ ਦਾ ਡਰਾਈਵਰ ਮਿਲ ਜੇ ਤਾਂ। ਉਦਾਂ ਭਾਵੇਂ ਸਿਆਣਾ ਹੋਵੇ ਨਾ ਹੋਵੇ, ਸਾਲ 'ਚ ਕਿੰਨੀ ਕੁ ਗੱਡੀ ਚਲਾ ਲੈਂਦਾ? ਤੁਸੀਂ ਸਾਲ 'ਚ ਕਿੰਨੀ ਗੱਡੀ ਚਲਾ ਲੈਂਦੇ ਹੋ? ਓਏ ਤੂੰ ਕੀ ਕਰਨੀਆਂ ਪ੍ਰੋਫੈਸਰ ਦੀਆਂ ਰੀਸਾਂ? ਮੈਂ ਤਾਂ ਸਾਲ 'ਚ 25-30 ਹਜ਼ਾਰ ਕਿਲੋਮੀਟਰ ਚਲਾ ਲੈਂਦਾ। ਇੰਨੀ ਤਾਂ ਸਾਲ 'ਚ ਮੈਂ ਬਾਈਕ ਚਲਾ ਦਿੰਦਾ। ਵਾਓ, ਫਿਰ ਮੈਂ ਨੌਕਰੀ ਪੱਕੀ ਸਮਝਿਆ ਜੀ। ਇੱਟ ਵਰਗੀ। ਹਾਂ ਹਾਂ, ਕੱਲ ਟਾਈਮ ਤੇ ਆ ਜਾਓ, ਤਨਖਾਹ ਹੋਏਗੀ 12,000 ਸਿਰਫ। ਸਤਵਚਨ ਜੀ, ਸ਼ੁਕਰੀਆ। ਭੁੱਲਰ ਸਾਹਿਬ, ਤੁਸੀਂ ਠੀਕ ਹੀ ਕਿਹਾ ਸੀ। ਕੌਣ, ਕਿੰਨੂੰ, ਕਦੋਂ, ਕਿੱਥੇ ਟੱਕਰ ਜਾਏ, ਕੋਈ ਪਤਾ ਲੱਗਦਾ ਹੈ? ਸਾਡੀਆਂ ਬ੍ਰੈਕਟਾਂ 'ਚ ਸਾਨੂੰ ਹੀ ਬੰਦ ਕਰਤਾ।
ਤੁਹਾਨੂੰ ਮੈਂ ਕਲੀਨਿਕ ਛੱਡ ਦੇਣਾ, ਆ ਜਾਓ। I'm sorry. प्लीज आओ प्लीज। ਦੇਖਿਆ ਪ੍ਰੋਫੈਸਰ ਸਾਹਿਬ, ਤੁਹਾਡੀ ਸਿਮਰਨ ਦੀਦੀ ਨੂੰ ਕੋਈ ਹੋਰ ਘਮਾਉਣ ਲਿਜਾ ਰਿਹਾ ਹੈ। ਪਹਿਲਾਂ ਤਾਂ ਉਹ ਦੀਦੀ ਤੇਰੀ ਸੀ ਤੇ ਹੁਣ ਸਾਲਿਆ ਮੇਰੀ ਹੋ ਗਈ। ਚਲੋ ਜਿਹਦੀ ਮਰਜ਼ੀ ਹੈ ਜੀ, ਹੈ ਤਾਂ ਬਗਾਨਾ ਧਨ, ਪਰ ਲੁੱਟ ਕੋਈ ਹੋਰ ਰਿਹਾ ਹੈ। ਕੀ ਬਕਵਾਸ ਕਰ ਰਿਹਾ? ਮੇਰਾ ਮਤਲਬ ਘਮਾਉਣ ਕੋਈ ਹੋਰ ਲਿਜਾ ਰਿਹਾ ਹੈ। ਉਹ ਕਮਾ ਨਹੀਂ ਰਿਹਾ, ਉਹਨੂੰ ਕਲੀਨਿਕ ਛੱਡਣ ਜਾ ਰਿਹਾ। ਕਲੀਨਿਕ ਬੜਾ ਨੱਕ ਦੀ ਸੇਹ ਚ ਆਉਣਾ ਜੀ, ਉਹ ਵੀ ਤਾਂ ਘੁੰਮ ਘੁਮਾ ਕੇ ਹੀ ਆਊ ਜੀ। ਜਰਾ ਸੋਚੋ, ਇੰਨੀਆਂ ਲਿਫਟਾਂ ਦੇਣ ਦੇ ਬਾਵਜੂਦ ਜਿਹਨੇ ਅੱਜ ਤੱਕ ਤੁਹਾਨੂੰ ਲਿਫਟ ਨਹੀਂ ਦਿੱਤੀ, ਅੱਜ ਉਹਨੂੰ ਕੋਈ ਹੋਰ ਲਿਫਟ ਦੇ ਰਿਹਾ ਹੈ। ਉਹ ਲਿਫਟ ਨਹੀਂ ਦੇ ਰਿਹਾ, ਆਪਣੀ ਨੌਕਰੀ ਕਰ ਰਿਹਾ, ਅਗਲਾ ਡਰਾਈਵਰ ਆ। ਬਸ ਥੱਲੇ ਡਿੱਗੀ ਹੋਈ ਚੀਜ਼ ਇੰਜ ਕਰਕੇ ਚੱਕਣ ਲੱਗਿਆ ਸੀ, फिर ਵਲ ਪੈ ਗਿਆ। अच्छा ਵਲ ਪੈ ਗਿਆ। अच्छा ਉਹ ਸੱਚੀ ਵਲ ਪੈ ਗਿਆ। शाबाश है, ਸਾਲਾ ਸਮਝਦਾ ਨਹੀਂ, ਮੈਂ ਕਹੀ ਨਾ ਹੁਣ ਵਲ ਪੈ ਗਿਆ। बिल्कुल ठीक है, वेरी गुड। ਜਾ ਭੱਜਾ, ਤੈਨੂੰ ਨਹੀਂ ਸਮਝਾ ਸਕਦੀ। ਓਏ ਬੋਲੇ, ਓਏ ਸਿਮਰਨ ਜੀ ਨੂੰ ਕਹਿ ਪ੍ਰੋਫੈਸਰ ਸਾਹਿਬ ਦੇ ਪਿੱਠ 'ਚ ਵਲ ਪੈ ਗਿਆ। बस यहीं रखियो। ओ बोले ਸਿਮਰਨ ਜੀ, ਸਿਮਰਨ ਜੀ। ਕੀ ਹੋਇਆ? ਪ੍ਰੋਫੈਸਰ ਸਾਹਿਬ ਦੀ ਪਿੱਠ 'ਚ ਵਾਲ ਪੈ ਗਿਆ? ਹਾਂ ਹੈ, ਪਰ ਤੁਹਾਨੂੰ ਕਿਵੇਂ ਪਤਾ ਲੱਗਿਆ? ਡਾਕਟਰਾਂ ਨੂੰ ਸਭ ਪਤਾ ਹੁੰਦਾ ਹੈ ਮਰੀਜ਼ਾਂ ਦੀ ਬਿਮਾਰੀ ਦਾ। ਕੋਈ ਨਹੀਂ, ਮੈਂ ਹੁਣੇ ਇਲਾਜ ਕਰ ਦਿੰਨੀ ਆ। ਤਾਂ ਤੱਕ ਤੂੰ ਗੁਰਦੁਆਰੇ ਜਾਇਆ। ਗੁਰਦੁਆਰੇ? ਜਦ ਤੱਕ ਮੈਂ ਭੁੱਲਰ ਸਾਹਿਬ ਦਾ ਵਾਲ ਕੱਢਦੀ ਆ, ਉਦੋਂ ਤੱਕ ਤੂੰ ਉਹਨਾਂ ਲਈ ਅਰਦਾਸ ਕਰ ਲਾ। ਵੈਸੇ ਵੀ ਉਹਨਾਂ ਦਾ ਇਲਾਜ ਤੇਰੇ ਕੋਲ ਦੇਖਿਆ ਨਹੀਂ ਜਾਣਾ। ਤੁਸੀਂ ਉਹਨਾਂ ਦਾ ਧਿਆਨ ਰੱਖਿਓ ਜੀ, ਕਿਤੇ ਉਹਨਾਂ ਦੇ ਨਾਂ ਦੀ ਸੱਚੀਓ ਗੁਰਦੁਆਰੇ ਅਰਦਾਸ ਨਾ ਕਰਾਉਣੀ ਪੈ ਜੇ। ਧਿਆਨ ਤਾਂ ਮੈਂ ਉਹਨਾਂ ਦਾ ਐਸਾ ਰੱਖਾਂਗੀ ਕਿ ਜ਼ਿੰਦਗੀ 'ਚ ਦੁਬਾਰਾ ਧਿਆਨ ਰਖਵਾਉਣ ਦੀ ਲੋੜ ਹੀ ਨਹੀਂ ਪੈਣੀ। ਕੀ ਹੋਇਆ ਭੁੱਲਰ ਸਾਹਿਬ? ਸ਼ੁਕਰ ਹੈ ਸਿਮਰਨ ਜੀ, ਤੁਸੀਂ ਹਜੇ ਤੱਕ ਕਲੀਨਿਕ ਨਹੀਂ ਨਿਕਲੇ। ਮੇਰਾ ਇਲਾਜ ਕਰੋ ਇਸ ਤੋਂ ਪਹਿਲਾਂ ਕਿ ਮੇਰੀ ਜਾਨ ਨਿਕਲੇ। ਹਾਏ, ਏਦਾਂ ਕਿਵੇਂ ਨਿਕਲੂ? ਜਾਨ ਤੁਹਾਡੀ ਨਿਕਲੂ ਜ਼ਰੂਰ, ਪਰ ਕਿਸੇ ਹੋਰ ਨਾਲ। ਮੇਰਾ ਮਤਲਬ ਹੈ, ਇੰਨੀ ਛੋਟੀ ਜਿਹੀ ਬਿਮਾਰੀ ਨਾਲ ਤੁਹਾਡੀ ਇੰਨੀ ਸਖਤ ਜਾਨ ਨਹੀਂ ਨਿਕਲਣ ਵਾਲੀ। ਇਹ ਕੀ ਕਰਨ ਲੱਗੇ ਹੋ? ਤੁਹਾਡਾ ਇਲਾਜ। ਹਥੌੜੀ ਨਾ ਵਾਲ ਤਾਂ ਫਿਰ ਇਹਦੇ ਨਾਲ ਹੀ ਨਿਕਲੂ। बाल कटने या पिट के ठोक के उत्ते फोटो टंगनी है जी। ਸੋ ਸਵੀਟ। ਸਤਨਾਮ ਜੀ, ਤੁਸੀਂ ਪਲੀਜ਼ ਮੇਰੀ ਹੈਲਪ ਕਰੋ। ਤੁਸੀਂ ਇਹਨਾਂ ਦੀ ਖੱਬੀ ਬਾਹ ਫੜੋ ਤੇ ਮੈਂ ਇਹਨਾਂ ਦੀ ਸੱਜੀ ਲੱਤ ਫੜਦੀ ਹਾਂ। ਕੀ ਗੱਲ, ਮੇਰੀ ਅਲਾਈਨਮੈਂਟ ਹਿੱਲੀ ਆ? ਤੁਹਾਡਾ ਕੀ ਹਿੱਲਿਆ ਇਹ ਤਾਂ ਸਿਰਫ ਮੈਨੂੰ ਹੀ ਪਤਾ ਹੈ। ਫੜੋ ਤੁਸੀਂ। सिमरन जी, ਮੈਨੂੰ ਲੱਗਦਾ ਇਹਦਾ ਬਾਲ ਨਹੀਂ ਨਿਕਲਣਾ। ਕੋਈ ਹੋਰ ਤਰੀਕਾ ਇਸਤੇਮਾਲ ਕਰਕੇ ਦੇਖ ਲਓ। ਦੁਰਮਟ ਨਾ ਮੰਗਾ ਲਿਓ। ਤਰੀਕੇ ਤਾਂ ਮੈਨੂੰ ਸਾਰੇ ਆਂਦੇ ਨੇ, ਤੁਸੀਂ ਇੱਕ ਵਾਰ ਹੁਕਮ ਤਾਂ ਕਰੋ। ਸਿਮਰਨ ਜੀ, ਤੁਸੀਂ ਕਰਨੀ ਤਾਂ ਆਪਣੀ ਮਰਜ਼ੀ ਆ। ਜੇ ਕਹੋ ਮੈਂ ਇੱਕ ਵਾਰੀ ਟੀਕਾ ਬਾਹਰੋਂ ਨਾ ਲਵਾ ਕੇ ਦੇਖ ਲਾਂ। ਹਾਏ ਹਾਏ, ਘਰ 'ਚ ਡਾਕਟਰ ਹੋਏ ਤੇ ਟੀਕੇ ਬਾਹਰੋਂ ਲਵਾਓ। ਮੈਂ ਮਰ ਗਈ ਆ। ਹੁਣ ਕੀ ਕਰਨ ਲੱਗੇ? ਇਹ ਟੀਕਾ ਜਾਂ ਪਚਕਾਰੀ ਹੈ? ਐਡਾ ਟੀਕਾ? ਸਤਨਾਮ ਜੀ, ਜ਼ਰਾ ਹੈਲਪ ਕਰਿਓ। ਅਫਰੀਓ ਟੀਕਾ। ਮਾਰੋ ਸਰ। ਨਹੀਂ। ਉਹ ਤੁਸੀਂ ਜਾਓ, ਮੈਂ ਆਪੇ ਠੀਕ ਹੋ ਜਾਊਗਾ। ਐਦਾਂ ਕਿੱਦਾਂ ਠੀਕ ਹੋ ਜਾਓਗੇ? ਤੁਹਾਡਾ ਜਿਹੜਾ ਇੱਕ ਮਣਕਾ ਹਿੱਲਿਆ ਨਾ, ਉਹਨੂੰ ਸੈੱਟ ਕਰਨ ਲਈ ਇੱਕ ਵਾਰ ਸਾਰੇ ਮਣਕੇ ਅਪਸੈਟ ਕਰਨੇ ਪੈਣਗੇ। ਨਹੀਂ। ਵਜਣਗੀਆਂ ਮੇਰੇ ਵਿਆਹ ਤੇ ਪੀਪਣੀਆਂ ਵਜਣਗੀਆਂ। ਰਾਜੂ। ਹਾਂਜੀ ਦੀਦੀ। ਬਾਹਰ ਗੱਡੀ 'ਚ ਸਤਨਾਮ ਜੀ ਬੈਠੇ ਆ, ਉਹਨਾਂ ਨੂੰ ਇੱਕ ਕੱਪ ਚਾਹ ਦੇ ਆ। ਸਤਨਾਮ ਜੀ, ਐਨੇ ਸਾਲਾਂ 'ਚ ਮੈਨੂੰ ਤਾਂ ਕਦੇ ਨਹੀਂ ਕਿਹਾ ਰਾਜੂ ਜੀ। ਤੈਨੂੰ ਜੋ ਕਿਹਾ ਜਾਏ ਨਾ ਓਨਾ ਹੀ ਕਰ। ਹਾਂ, ਜਾ ਉਹਨਾਂ ਨੂੰ ਚਾਹ ਦੇ ਕੇ ਆ। ਉਹਨਾਂ ਨੂੰ? ਹਾਂਜੀ। ਪੀਪਣੀਆਂ ਬਚਣਗੀਆਂ। ਓ ਸਤਨਾਮ। ਹਾਂ ਸਿਮਰਨ ਦੀਦੀ ਨੇ ਕਿਹਾ ਗੱਡੀ ਸਾਫ਼ ਕਰ। ਉਹ ਵਾਹ ਰਾਜੂ, ਮਾਲਕਾਂ ਦੀ ਕੱਪ ਚਾਹ। ਅਸੀਂ ਪੁਰਾਣੇ ਆ, ਉਹ ਸਾਡਾ ਆਪਸ ਵਿੱਚ ਚੱਲਦਾ ਕਾਕੇ। ਉਹ ਕਈ ਵਾਰ ਤਾਂ ਸਿੱਧੂ ਸਾਹਿਬ ਆਪਣੇ ਨਾਲ ਬਿਠਾ ਕੇ ਸਾਨੂੰ ਰੋਟੀ ਖਵਾਉਂਦੇ ਆ। ਅੱਛਾ, ਫਿਰ ਤਾਂ ਮਿਸੇਸ ਸਿੱਧੂ ਬੁਰਕੇ ਤੋੜ ਕੇ ਆਪਣੇ ਲਾਡਲੇ ਨੌਕਰ ਦੇ ਮੂੰਹ 'ਚ ਵੀ ਪਾਉਂਦੇ ਹੋਣਗੇ। ਓਏ ਤਮੀਜ਼ ਨਾਲ ਗੱਲ ਕਰ, ਮੈਂ ਤੇਰਾ ਸੀਨੀਅਰ ਆ। ਸੀਨੀਅਰ? ਉਹ ਸੀਨੀਅਰ ਨੂੰ ਮੇਰਾ ਅਫਸਰ ਲੱਗਿਆ ਹੋਇਆ। ਤੂੰ ਵੀ ਨੌਕਰ ਆ, ਉਹ ਵੀ ਮੇਰੇ ਵਰਗਾ। ਓਏ ਮੈਂ ਮਾਲਕਾਂ ਦੀ ਬਕਵਾਸ ਸੁਣਨ ਦੀ ਤਨਖਾਹ ਲੈਣਾ, ਡਰਾਈਵਰਾਂ ਦੀ ਨਹੀਂ। ਉਹ ਤੈਨੂੰ ਕੀ ਲੱਗਦਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ? ਉਹ ਮੈਨੂੰ ਸਭ ਪਤਾ ਤੂੰ ਇੱਥੇ ਕੀ ਕਰਦਾ। ਕੀ ਕਰਦਾ? ਸਿਮਰਨ ਦੀਦੀ ਨਾਲ ਕੀ ਚੱਲਦਾ?
ਕੀ ਚੱਲਦਾ ਮੇਰਾ ਸਿਮਰਨ ਜੀ ਨਾਲ ਕੀ ਚੱਲਦਾ? ਉਹ ਛੱਡ, ਰਾਜੂ ਨੂੰ ਚੁਗਲੀ ਕਰਨ ਦੀ ਆਦਤ ਨਹੀਂ। ਸਿੱਧਾ ਕਹਿ ਡਰ ਗਿਆ। ਹੁਣੀ ਤਾਂ ਸਿੱਧੂ ਸਾਹਿਬ ਨਾਲ ਰੋਟੀਆਂ ਖਾਣ ਦੀ ਗੱਲ ਕਰਦਾ ਸੀ ਤੂੰ। ਉਹ ਕਾਹਦਾ ਸਿੱਧੂ ਸਾਹਿਬ, ਆਪਣੀ ਭੈਣ ਦਾ ਵਿਆਹ ਤਾਂ ਕੀਤਾ ਨਹੀਂ ਜਾਂਦਾ, ਜਮਾ ਭਰੀ ਪਈ ਐ, ਸਰੀਰ ਪੱਖੋਂ ਵੀ ਤੇ ਨੀਤ ਪੱਖੋਂ ਵੀ। ਭਰੀ ਪਈ ਆ? ਆਹੀ ਕਹਿ ਰਿਹਾ ਨਾ ਤੂੰ ਭਰੀ ਪਈ ਆ। ਸਾਫ਼-ਸਾਫ਼ ਬੋਲ ਕੀ ਮਤਲਬ ਹੈ ਤੇਰਾ? ਉਹ ਭਰੀਓ ਬੈਠੀ ਐ, ਨਹੀਂ ਤਾਂ ਡਰਾਈਵਰ ਨਾਲ ਮੂੰਹ ਮਾਰਨਾ ਸੀ। ਮੂੰਹ ਮਾਰਨਾ ਸੀ? ਇੱਕ ਡਰਾਈਵਰ ਨਾਲ ਮੂੰਹ ਮਾਰਨਾ ਸੀ ਸਿਮਰਨ ਜੀ ਨੇ? ਹਾਂ। ਸਾਫ਼-ਸਾਫ਼ ਬੋਲ ਦੇ ਕੀ ਮਤਲਬ ਹੈ ਤੇਰਾ? ਉਹ ਸਾਫ਼-ਸਾਫ਼ ਤਾਂ ਬੋਲ ਰਿਹਾ, ਔਰ ਸਰ ਖਾ ਕੇ ਬੋਲਣਾ। ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਧਿਆਨ ਨਾਲ। ਜੇ ਸਿਮਰਨ ਜੀ ਵਰਗੀ ਸ਼ਰੀਫ ਨੇਕ ਦਿਲ ਭਲੀ ਮਾਨਸ ਔਰਤ ਬਾਰੇ ਇੱਕ ਵੀ ਸ਼ਬਦ ਬੋਲਿਆ ਨਾ, ਮੈਂ ਤੈਨੂੰ ਛੱਡਣਾ ਨਹੀਂ। ਉਹ ਕਾਦੀ ਸ਼ਰੀਫ, ਐਨੀ ਅੱਗ ਤਾਂ ਅੱਗ ਨੂੰ ਨਹੀਂ ਲੱਗੀ ਹੁੰਦੀ ਜਿੰਨੀ ਉਹਨੂੰ ਲੱਗੀ ਹੋਈ ਐ। ਨਾ ਆਪਣਾ ਲਿਹਾਜ਼ ਕਰਦੀ ਐ, ਨਾ ਉਮਰ ਦਾ। ਇੱਕ ਨੰਬਰ ਦੀ ਠਰਕੀ ਐ, ਠਰਕੀ। ਠਰਕੀ? ਤੂੰ ਸਿਮਰਨ ਜੀ ਨੂੰ ਠਰਕੀ ਕਿਹਾ ਨਾ? ਹਾਂ। ਸਾਫ਼-ਸਾਫ਼ ਬੋਲ ਕੀ ਮਤਲਬ ਹੈ ਤੇਰਾ? ਸਾਫ਼-ਸਾਫ਼ ਬੋਲ। ਉਹ ਤਾਂ ਸਾਫ਼ ਤਾਂ ਫਿਰ ਗਾਲਾਂ ਹੀ ਹੁੰਦੀਆਂ। ਉਹ ਦੇ ਦਾਂ? ਮੇਰੀ ਗੱਲ ਸੁਣ ਇੱਧਰ ਆ। ਉਹ ਮੈਂ ਨਹੀਂ ਆਂਦਾ, ਤੂੰ ਇੱਧਰ ਆ ਜਾ। ਮੈਂ ਸਿਮਰਨ ਜੀ ਬਾਰੇ ਤੇਰੇ ਨਾਲ ਇੱਕ ਖਾਸ ਗੱਲ ਕਰਨੀ। ਤੂੰ ਇੱਧਰ ਆ। ਚਾਹ ਉੱਥੇ ਰੱਖ, ਚਾਹ ਉੱਥੇ ਰੱਖ। ਲੈ ਮੈਨੂੰ ਹੱਥ ਫੜਾ ਦੋਨੇ। ਆ ਜਾਓ ਸਿਮਰਨ ਜੀ, ਆ ਜਾਓ। ਅੱਜ ਗਿਣੇ ਹੋ ਨਾ, ਗਿਣੇ ਹੋ ਬੋਰੀਆਂ। ਇਹ ਜੀ ਜਗ੍ਹਾ ਤੇ ਮਾਰਿਓ, ਇਹਦੇ ਆਪ ਦਾ ਹੱਥ ਬਿਨਾ ਪਹੁੰਚੇ। ਨਹੀਂ, ਹੁਣ ਬੋਲ। ਛੱਡ ਦੀ ਮੈਂ। ਆਪਣੀ ਸੁਨੀਅਤ ਦੇ ਹਿਸਾਬ ਨਾਲ ਮਾਰੋ, ਕੱਲ ਨੂੰ ਟੀਕਾ ਵੀ ਤੁਸੀਂ ਲਾਉਣੇ ਆ। ਟੀਕਾ? ਕੁੱਤਿਆ ਟੀਕਾ ਤਾਂ ਮੈਂ ਤੈਨੂੰ ਜ਼ਹਿਰ ਨਾਲ ਲਾਉਂਗੀ। ਦੀਦੀ ਮੈਨੂੰ ਮਾਫ ਕਰ ਦੋ, ਸੌਰੀ ਮੇਰੇ ਤੋਂ ਗਲਤੀ ਹੋ ਗਈ। ਗਲਤੀ ਤਾਂ ਸਾਡੇ ਕੋਲ ਹੋਈ ਜਿਹੜਾ ਅਸੀਂ ਤੈਨੂੰ ਘਰ ਕੰਮ ਤੇ ਰੱਖਿਆ। ਤੂੰ ਮੇਰੇ ਸਤਨਾਮ ਜੀ ਦੀ ਚਾਹ ਪੀ ਲਈ। ਮੇਰੇ ਸਤਨਾਮ ਜੀ? ਮਤਲਬ ਕੱਲ ਨੂੰ ਮੇਰੇ ਵੀਰ ਜੀ ਦੀ ਵੀ ਚਾਹ ਪੀ ਸਕਦਾ। ਵੀਰ ਜੀ ਲੋ ਆ ਗਈ ਭੈਣ ਜੀ। ਪੁੱਛੋ ਕਿਉਂ ਕੱਢਿਆ ਰਾਜੂ ਨੂੰ? ਸਿਮਰਨ ਕਿਵੇਂ ਰਿਹਾ ਤੇਰਾ ਦਿਨ? ਬੁਰਾ। ਇਹ ਨਹੀਂ, ਇਹ ਪੁੱਛੋ ਕਿ ਰਾਜੂ ਨੂੰ ਕਿਉਂ ਕੱਢਿਆ? ਹਾਂ ਸੱਚ, ਸਿਮਰਨ ਭਾਬੀ ਤੇਰੀ ਕਹਿ ਰਹੀ ਸੀ ਕਿ ਤੂੰ ਰਾਜੂ ਨੂੰ ਨੌਕਰੀ ਤੋਂ ਕੱਢਤਾ। ਹਾਂਜੀ, ਤਾਂ ਫੇਰ ਉਹਨੇ ਕੁਝ ਸੋਚ ਕੇ ਹੀ ਕੱਢਿਆ ਹੋਣਾ। ਬਿਲਕੁਲ ਸਹੀ ਗੱਲ। ਜੇ ਸਿਮਰਨ ਜੀ ਨੇ ਰਾਜੂ ਨੂੰ ਘਰੋਂ ਕੱਢਿਆ ਤਾਂ ਇਹਦੇ ਪਿੱਛੇ ਜ਼ਰੂਰ ਕੋਈ ਖਾਸ ਵਜ੍ਹਾ ਰਹੀ ਹੋਣੀ ਹੈ। ਕਿਉਂ ਜੀ? ਵਜ੍ਹਾ ਸੀ, ਉਹਨੇ ਸਤਨਾਮ ਜੀ ਦੀ ਬੇਇੱਜ਼ਤੀ ਕੀਤੀ ਸੀ। ਦੇਖੋ, ਜੇ ਬੇਇੱਜ਼ਤੀ ਕਿਸੇ ਪ੍ਰੋਫੈਸਰ ਦੀ ਕਰਦਾ ਫਿਰ ਤਾਂ ਵਾਕਈ ਵਜ੍ਹਾ ਖਾਸ ਹੋਣੀ ਸੀ। ਹੁਣ ਉਹਨੇ ਬੇਇੱਜ਼ਤੀ ਕੀਤੀ ਹੈ ਇੱਕ ਡਰਾਈਵਰ ਦੀ। ਮਾਫ ਕਰਨਾ, ਵੈਸੇ ਵਜ੍ਹਾ ਤਾਂ ਖਾਸ ਬਣਦੀ ਨਹੀਂ। ਮੇਰੇ ਕਹਿਣ ਦਾ ਮਤਲਬ ਕੱਢਤਾ ਸੋ ਕੱਢਤਾ। ਮੈਂ ਮਰ ਗਿਆ, ਮੈਂ ਤਾਂ ਹਜੇ ਹੈਗਾ ਨਾ। ਨਾ ਭੁੱਲਰ ਸਾਹਿਬ, ਤੁਸੀਂ ਸਾਡੀ ਡਰਾਈਵਰੀ ਕਰਦੇ ਹੋ, ਸਾਨੂੰ ਬੁਰਾ ਲੱਗਦਾ ਹੈ। ਉਹ ਹੁਣ ਸਾਡੀਆਂ ਰੋਟੀਆਂ ਪੁੱਠੀਆਂ ਸਿੱਧੀਆਂ ਚੋਪੜ ਦੇ ਚੰਗੇ ਲੱਗੋਗੇ। ਮੈਂ ਭੋਲੇ ਦੀ ਗੱਲ ਕਰ ਰਿਹਾ ਸੀ। 2 ਰੋਟੀਆਂ ਹੀ ਲਾਉਣੀਆਂ ਨੇ, ਭੋਲਾ ਲਾ ਦਿਆ ਕਰੂਗਾ। ਉਹ ਤੇਰੀ ਭੋਲਾ ਕਿਤੇ ਮੇਰੇ ਭੇਜ ਦੀ ਨਾ ਖੋਲ ਦੇ। ਭੋਲਾ ਕੀ ਗੱਲ ਤਕਲੀਫ ਆ ਕੋਈ? ਭੋਲਾ A1 ਕੋਕਾ, ਨਾਲੇ ਨਿਗਾਹ ਬਹੁਤ ਤੇਜ਼ ਆ ਉਹਦੀ। ਨਾ ਨਜ਼ਰ ਤੇਜ ਨੂੰ ਕਿਹੜਾ ਜੀ, ਆਪਾਂ ਉਹ ਤੋਂ ਰੋਟੀਆਂ ਰਫੂ ਕਰਾਉਣੀਆਂ ਨੇ। ਓਏ ਮੇਰਾ ਮਤਲਬ ਕੁਕਿੰਗ ਦੇ ਨਾਲ ਉਹ ਨਜ਼ਰ ਵੀ ਰੱਖੂਗਾ ਕਿ ਕਿਤੇ ਕੋਈ ਗਲਤ ਇਰਾਦੇ ਵਾਲਾ ਬੰਦਾ ਘਰ ਦੇ ਕੀਮਤੀ ਸਮਾਨ ਤੇ ਅੱਖ ਤਾਂ ਨਹੀਂ ਰੱਖ ਰਿਹਾ। ਖਿਆਲ ਤਾਂ ਬੜੇ ਨੇਕ ਨੇ ਪ੍ਰੋਫੈਸਰ ਸਾਹਿਬ ਦੇ, ਪਰ ਮੇਰੀ ਇੱਕ ਬੇਨਤੀ ਹੈ ਜੀ। ਹੈ ਬੇਨਤੀ ਕਿਉਂ? ਤੁਸੀਂ ਹੁਕਮ ਕਰੋ ਸਤਨਾਮ ਜੀ। ਮੇਰੇ ਇੱਕ ਜ਼ਰੂਰਤਮੰਦ ਦੋਸਤ ਦੇ ਜ਼ਰੂਰਤਮੰਦ ਭਤੀਜੇ ਨੂੰ ਬਹੁਤ ਜ਼ਰੂਰਤ ਹੈ ਜੀ ਕੰਮ ਦੀ। ਵਿਚਾਰੇ ਦੀ ਹਾਲਤ ਭੁੱਖੇ ਮਰਨ ਵਾਲੀ ਹੋਈ ਪਈ ਹੈ, ਪਰ ਖਾਣਾ ਬਹੁਤ ਸਵਾਦ ਬਣਾਉਂਦਾ ਜੀ। ਜੇ ਐਡਾ ਹੀ ਖਾਣਾ ਸਵਾਦ ਬਣਾਉਂਦਾ ਤਾਂ ਬਣਾ ਕੇ ਆਪ ਕਿਉਂ ਨਹੀਂ ਖਾ ਲੈਂਦਾ? ਭੁੱਖਾ ਕਿਉਂ ਮਰਦਾ? ਪ੍ਰੋਫੈਸਰ ਸਾਹਿਬ, ਉਹਦੇ ਕੋਲੇ ਹੁਨਰ ਹੈ, ਸਮਾਨ ਨਹੀਂ। ਬੜਾ ਗਰੀਬ ਹੈ ਵਿਚਾਰਾ, ਕਿਉਂ ਨਾ ਕਿਸੇ ਗਰੀਬ ਦੀ ਮਦਦ ਕੀਤੀ ਜਾਵੇ। ਰਹੀ ਗੱਲ ਭੋਲੇ ਦੀ, ਉਹਦੇ ਕੋਲ ਤਾਂ ਪ੍ਰੋਫੈਸਰ ਸਾਹਿਬ ਵਰਗੇ ਰੱਬੀ ਰੂਪ ਮਾਲਕ ਹੈਗੀ ਨੇ। ਇਹ ਠੀਕ ਕਹਿ ਰਿਹਾ ਭੁੱਲਰ ਸਾਹਿਬ, ਤੁਸੀਂ ਪੰਜਾਬੀ ਦੇ ਪ੍ਰੋਫੈਸਰ ਹੋ ਕੇ ਵੀ ਮਾਂ ਬੋਲੀ ਦੀ ਸੇਵਾ ਘੱਟ ਤੇ ਸਾਡੇ ਪਰਿਵਾਰ ਦੀ ਸੇਵਾ ਜ਼ਿਆਦਾ ਕੀਤੀ ਹੈ। ਹੁਣ ਅਸੀਂ ਤੁਹਾਡੇ ਤੇ ਹੋਰ ਬੋਝ ਨਹੀਂ ਪਾਉਣਾ, ਕਿਸੇ ਗਰੀਬ ਨੂੰ ਇਹ ਮੌਕਾ ਦਿੰਨੇ ਆ ਜੀ। ਦਈ ਜਾਓ। सती जी। ਗੁੱਡ ਮਾਰਨਿੰਗ ਮੈਡਮ। वेरी गुड मॉर्निंग टू यू। ਦੱਸੋ ਕਿੱਥੇ ਜਾਣਾ? ਮੈਨੂੰ ਲੈ ਚੱਲ ਉੱਥੇ ਜਿੱਥੇ ਕੋਈ ਵੀ ਨਾ ਹੋਵੇ। ਸਿਮਰਨ ਜੀ, ਫਿਰ ਤਾਂ ਤੁਹਾਡੇ ਕਲੀਨਿਕ ਹੀ ਚੱਲਦੇ ਆ। ਗਾਹਕ ਤਾਂ ਅੱਜ ਕੱਲ੍ਹ ਉੱਥੇ ਵੀ ਘੱਟ ਹੀ ਪੈ ਰਿਹਾ। ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ। ਟਿਕਟਾਂ ਢਾਈ ਲੈ ਲਈ। ਸਿਮਰਨ ਜੀ, ਵੈਸੇ ਗਾਣਾ ਇਹ ਹੁੰਦਾ, ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਟਿਕਟਾਂ 2 ਲੈ ਲਈ। ਸਤੀ ਜੀ, ਆਪਣੇ ਬੱਚੇ ਦੀ ਅੱਧੀ ਟਿਕਟ ਵੀ ਤਾਂ ਨਾਲ ਜੋੜੋ ਨਾ। ਤੁਸੀਂ ਠੀਕ ਤਾਂ ਹੋ ਨਾ? ਮੈਂ ਠੀਕ ਹਾਂ। ਚਲੋ ਆਪਾਂ ਕਲੀਨਿਕ ਚੱਲਦੇ ਮੈਡਮ। ਕਲੀਨਿਕ ਜਾ ਕੇ ਕੀ ਕਰਨਾ ਹੈ? ਡਾਕਟਰ ਤਾਂ ਆਪ ਤੁਹਾਡੇ ਇਸ਼ਕ ਦੀ ਰੋਗੀ ਹੋਈ ਪਈ ਆ। ਸਿਮਰ ਜੀ, ਮੇਰਾ ਆਪਾਂ ਕਿਸੇ ਚੰਗੇ ਡਾਕਟਰ ਨੂੰ ਦਿਖਾ ਲੈਣੇ ਆ। ਆਓ ਮੈਡਮ, ਤੁਸੀਂ ਆਓ। ਆਓ ਮੈਡਮ, ਆਓ। ਸਮਝਦੇ ਨਹੀਂ ਹੈ। आओ ना, जल्दी करो। हाँ। एक तो मैं
ਤੁਹਾਡੇ ਤੋਂ ਬਹੁਤ ਨਾਰਾਜ਼ ਹਾਂ। क्यों सिमरन जी? ਕੀ ਤੁਸੀਂ ਹਰ ਵਕਤ ਸਿਮਰਨ ਜੀ ਕਹਿੰਦੇ ਰਹਿੰਦੇ ਹੋ? ਸਿਰਫ ਸਿਮਰਨ ਕਿਆ ਕਰੋ? ਮੈਂ ਤਾਂ ਕਹਿੰਦੀ ਸਿਮਰਨ ਵੀ ਛੱਡੋ, ਸਿਰਫ ਸਿਮ ਕਹੋ ਤੇ ਸਿਮ ਨੂੰ ਆਪਣੇ ਦਿਲ ਦੇ ਮੋਬਾਈਲ ਵਿੱਚ ਫਿੱਟ ਕਰ ਲਓ। ਆਈਫੋਨ ਵਾਲਾ ਸਿਮ ਨੋਕੀਆ ਦੇ ਫੋਨ 'ਚ ਕਿੱਥੇ ਫਿੱਟ ਹੁੰਦਾ ਜੀ? ਮੈਨੂੰ ਤਾਂ ਵੈਸੇ ਹੀ ਬਹੁਤ ਡਰ ਲੱਗ ਰਿਹਾ, ਜੇ ਕਿਤੇ ਸਿੱਧੂ ਸਾਹਿਬ ਨੇ ਸੁਣ ਲਿਆ, ਪਹਿਲਾਂ ਉਹਨਾਂ ਨੇ ਨੌਕਰੀ 'ਚੋਂ ਕੱਢਣਾ, ਫਿਰ ਬਾਹਰ ਕੱਢਣਾ ਤੇ ਸਿੱਧਾ ਮੇਰੀ ਪਿੱਠ 'ਚ ਮਾਰਨਾ। ਪਿੱਠ 'ਚ ਕਿਉਂ? ਭੱਜੇ ਦੇ ਬੰਦੇ ਦੇ ਬੰਦਾ ਪਿੱਠ 'ਚ ਮਾਰ ਸਕਦਾ, ਹੋਰ ਕੀ? ਯਾਰੀ ਜੱਟਾਂ ਦੀ ਕੁੜੀ ਦੇ ਨਾਲ ਲਾ ਕੇ ਹੌਸਲੇ ਬੁਲੰਦ ਰੱਖੀ ਦੇ। ਜੇ ਉਹਨਾਂ ਨੇ ਗੋਲੀ ਮਾਰੀ ਨਾ ਤਾਂ ਇੱਕ ਨਹੀਂ 2 ਮਾਰਨੀਆਂ ਪੈਣਗੀਆਂ। ਮੇਰੇ ਤੇ ਇੱਕ ਨਾਲ ਹੀ ਪਟਾਕਾ ਪੈ ਜਾਣਾ ਜੀ, ਦੂਜੀ ਕਿਉਂ ਮਰਵਾਉਣ ਲੱਗਿਆ? ਦੂਸਰੀ ਗੋਲੀ ਉਹਨਾਂ ਨੂੰ ਮੇਰੇ ਤੇ ਚਲਾਉਣੀ ਪਏਗੀ। ਵੈਸੇ ਤੁਸੀਂ ਇਹੋ ਜਿਹੀਆਂ ਗੱਲਾਂ ਕਰ ਰਹੇ ਹੋ, ਕਿਤੇ ਤੁਹਾਡੀ ਜ਼ਿੰਦਗੀ 'ਚ ਕੋਈ ਹੋਰ ਤਾਂ ਨਹੀਂ? ਉਸੇ ਲਈ ਤਾਂ ਇੱਥੇ ਆਇਆ ਜੀ। ਕੀ? ਮੈਂ ਨੀਤੂ ਜੀ ਬਾਰੇ ਸੋਚਦਾ ਰਹਿਣਾ, ਤੁਸੀਂ ਮੇਰੇ ਸੁਪਨੇ ਦੇਖੀ ਜਾ ਰਹੇ ਹੋ। ਤੁਸੀਂ ਤੇ ਨੀਤੂ? ਸਾਡਾ ਸੁਣ ਕੇ ਤਾਂ ਵੀਰ ਜੀ ਨੇ ਪਿੱਠ 'ਚ ਗੋਲੀ ਮਾਰਨੀ ਸੀ ਨਾ, ਪਰ ਨੀਤੂ ਤੇ ਤੁਹਾਡੇ ਬਾਰੇ ਪਤਾ ਲੱਗਣ ਤੇ ਨਾ ਹਿੱਕ 'ਚ ਗੋਲੀ ਮਾਰਨਗੇ। ਓਹੋ ਸਿਮਰਨ ਜੀ, ਮੇਰੇ ਕਹਿਣ ਦਾ ਇਹ ਮਤਲਬ ਸੀ ਮੈਨੂੰ ਪਸੰਦ ਤਾਂ ਤੁਸੀਂ ਹੋ। ਸੱਚੀ? ਪਰ ਦੇਖੋ, ਆਪਾਂ ਉਮਰ ਦੇ ਹਿਸਾਬ ਨਾਲ ਵੱਡੇ ਆ, ਆਪਾਂ ਨੂੰ ਨੀਤੂ ਬਾਰੇ ਸੋਚਣਾ ਚਾਹੀਦਾ, ਜਿਹੜੀ ਵਿਚਾਰੀ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ ਇੱਥੇ ਆਈ ਬੈਠੀ ਹੈ। ਪਤੀ ਪਰਮੇਸ਼ਵਰ ਨਹੀਂ, ਪੂਰਾ ਕੰਜਰ ਆ ਕੰਜਰ। ਤੁਸੀਂ ਮੇਰੇ ਮੂੰਹ ਤੇ ਗੱਲ ਕਰ ਰਹੇ ਹੋ? ਤੁਹਾਡੇ ਮੂੰਹ ਤੇ ਮਤਲਬ? ਨਹੀਂ, ਮੇਰਾ ਮਤਲਬ ਮੂੰਹ ਤਾਂ ਜੀ ਗਲਤੀ ਨਾਲ ਮੇਰੇ ਮੂੰਹ 'ਚੋਂ ਨਿਕਲ ਗਿਆ। ਵੈਸੇ ਵੀ ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ, ਪੰਜਾਬੀ ਦੇ ਇੱਕ ਮਸ਼ਹੂਰ ਗਾਇਕ ਨੇ ਕਿਹਾ, ਪਰ ਗਾਲ ਨਹੀਂ ਕੱਢਣੀ। ਦੇਖੋ ਸਿਮਰਨ ਜੀ, ਆਪਣੇ ਵਿਆਹ ਤੋਂ ਪਹਿਲਾਂ ਮੇਰੀ ਇੱਕ ਸ਼ਰਤ ਹੈ। ਕੀ? ਮੈਂ ਚਾਹਣਾ ਨੀਤੂ ਨੂੰ ਉਹਦਾ ਹਸਬੈਂਡ ਮਿਲ ਜੇ ਤੇ ਮੰਨਤ ਨੂੰ ਉਹਦਾ ਪਾਪਾ। ਮੈਨੂੰ ਤੁਹਾਡੀ ਹਰ ਸ਼ਰਤ। ਇਹ ਸੋਚੀਏ ਨੀਤੂ ਤੇ ਉਹਦੇ ਘਟਿਆ, ਮੇਰਾ ਮਤਲਬ ਨੀਤੂ ਤੇ ਉਹਦੇ ਹਸਬੈਂਡ ਨੂੰ ਮਿਲਾਉਣ ਬਾਰੇ ਸੋਚੀਏ। ਤੁਸੀਂ ਜਿੱਦਾਂ ਕਹਿੰਦੇ ਹੋ ਨਾ, ਮੈਂ ਬਿਲਕੁਲ ਉਦਾਂ ਹੀ ਕਰਾਂਗੀ। ਮੈਂ ਵੀ ਸੋਚ ਰਹੀ ਸੀ ਕਿ ਨੀਤੂ ਆਪਣੇ ਘਰ ਵਿਦਾ ਹੋ ਜਾਏ ਤੇ ਇਧਰੋਂ ਮੈਂ ਤੁਹਾਡੇ ਘਰ ਮਿਲੇ। ਮੇਰਾ ਸੰਸਾਰ ਦੁਖੀ ਕਰਕੇ ਆਪ ਸੁਖੀ ਸੰਸਾਰ ਭਾਲਦੀ ਹੈ। ਸਮਝ ਨਹੀਂ ਆਉਂਦੀ ਖੱਲਾ ਬੰਦਾ ਕਿਹਨੂੰ ਵਿਦਾ ਕਰਕੇ ਲੈ ਕੇ ਜਾਵੇ। ਸਤਨਾਮ ਜੀ! ਨੀਤੂ ਜੀ, ਜੇ ਤੁਸੀਂ ਸਵਿੰਦਰ ਜੀ ਕੋਲ ਵਾਪਸ ਨਾ ਗਏ ਤਾਂ ਮੇਰੇ ਜਿਉਣ ਦਾ ਕੀ ਫਾਇਦਾ? ਮੈਂ ਸੁਸਾਈਡ ਕਰਨ ਲੱਗਿਆ। ਸਤਨਾਮ ਜੀ ਰੁਕੋ! ਐਨੀ ਇਮੋਸ਼ਨਲ ਤਾਂ ਸ਼ਿਵਿੰਦਰ ਲਈ ਨੀਤੂ ਨਹੀਂ ਹੋਈ ਜਿੰਨੇ ਤੁਸੀਂ ਹੋਈ ਜਾਂਦੇ ਹੋ। ਦੇਖਿਆ, ਇੰਨਾ ਭੱਜ ਕੇ ਵੀ ਸਤਨਾਮ ਜੀ ਨੂੰ ਮਾਸਾ ਸਾਹ ਨਹੀਂ ਚੜਿਆ। ਅੰਦਰੋਂ ਕਿੰਨੇ ਅੰਗ ਨੇ। ਸਤਨਾਮ ਜੀ, ਮੈਂ ਵੀ ਤਾਂ ਬਰਾਬਰ ਹੀ ਭੱਜ ਰਿਹਾ, ਮੈਂ ਵੈਂਟੀਲੇਟਰ ਤੇ। ਫੜਿਆ ਜਾਏਗਾ, ਤੇਜ਼ ਭੱਜੋ। कैसा भतीजा है तू? अपने चाचे ਨੂੰ ਮਰਨ ਤੋਂ ਬਚਾਉਣ ਦੀ ਬਜਾਏ ਹੱਲਾਸ਼ੇਰੀ ਦੇ ਰਿਹਾ ਹੈ। ਹੁਣ ਮਰਨ ਵਾਲੇ ਦੀ ਆਖਰੀ ਇੱਛਾ ਵੀ ਨਾ ਪੂਰੀ ਕਰੀਏ। ਮੈਨੂੰ ਵੀ ਤਾਂ ਭਲਾ ਪਤਾ ਚੱਲੇ ਕਿ ਆਖਰੀ ਇੱਛਾ ਉਹਨਾਂ ਦੀ। ਸੁਸਾਈਡ ਕਰਨ ਵਾਲੇ ਦੀ ਆਖਰੀ ਇੱਛਾ ਤੇ ਇਹੀ ਹੋ ਸਕਦੀ ਹੈ ਨਾ, ਵੀ ਸੁੱਖੀ ਸਾਂਦੀ ਵਧੀਆ ਜੀ ਮੌਤ ਆ ਜਾਏ ਬਸ। ਸਤਨਾਮ ਜੀ ਰੁਕੋ! ਅੱਛਾ, ਤੂੰ ਮੇਰੀ ਸਾਹ! ਤੈਨੂੰ ਤਰਨਾ ਤੇ ਨਹੀਂ ਆਉਂਦਾ? ਹਾਏ ਰੁਕ ਗਏ, ਫੇਰ ਬਚ ਪਏ। ਹਾਂ ਸਤਨਾਮ ਜੀ, ਪਿਆਰ ਤੋਂ ਪਹਿਲਾਂ ਮੈਂ ਰੱਟੀ ਕਰ ਰਹੀ ਹਾਂ। ਸਤਨਾਮ ਜੀ! ਹਾਏ ਮੈਂ ਡੁੱਬ ਗਈ। ਹਾਏ ਮੇਰਾ ਕੱਖ ਨਹੀਂ ਰਿਹਾ। ਹਾਏ ਬਰਬਾਦ। ਡਾਈ ਮਾਰ ਕੇ ਡਾਈ ਹੋ ਗਿਆ। ਸਤਨਾਮ ਜੀ, ਤੁਸੀਂ ਮੈਨੂੰ ਛੱਡ ਕੇ ਵਾਹਿਗੁਰੂ ਕੋ ਕਿਉਂ ਚਲੇ ਗਏ? ਤਾਂ ਜੋ ਕਿਸੇ ਹੋਰ ਗਰੀਬ ਦਾ ਭਲਾ ਹੋ ਸਕੇ। ਪ੍ਰੋਫੈਸਰ ਸਾਹਿਬ, ਇਹ ਕੋਈ ਉਮਰ ਸੀ ਜਾਣ ਦੀ? ਹਾਂ, ਬਸ ਜੀ ਇਹ ਸਮਝ ਲਓ ਕਿ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ। ਜਦੋਂ ਉੱਪਰ ਵਾਲੇ ਨੇ ਬੁਲਾ ਲਈ, ਰੂਹ ਤੁਰ ਪਈ। ਜੇ ਮੈਨੂੰ ਪਤਾ ਹੁੰਦਾ ਕਿ ਉਹਦੇ ਮਰਨ ਤੋਂ ਬਾਅਦ ਏਦਾਂ ਹੱਗੀਆਂ ਕਰ ਕਰਕੇ ਤੁਸੀਂ ਮੇਰੇ ਨਾਲ ਅਫਸੋਸ ਕਰਨਾ, ਮੈਂ ਸਾਲੇ ਦਾ 6 ਮਹੀਨੇ ਪਹਿਲਾਂ ਹੀ ਗਲਾ ਘੁੱਟ ਦੇਣਾ ਸੀ। ਅਫਸੋਸ ਕਰੋ, ਬਹੁਤੀਆਂ ਚਵਲਾ ਨਾ ਮਾਰੋ। ਜੇ ਤੁਸੀਂ ਚਾਹੁੰਦੇ ਹੋ ਸਤਨਾਮ ਦੀ ਆਤਮਾ ਨੂੰ ਹੋਰ ਪੇਨ ਨਾ ਹੋਵੇ, ਅੱਜ ਸੱਚੇ ਦਿਲੋਂ ਮੇਰੇ ਨਾਲ ਇੱਕ ਵਾਅਦਾ ਕਰੋ ਕੀ? ਕਿ ਤੁਸੀਂ ਕੋਈ ਹੋਰ ਨਵਾਂ ਡਰਾਈਵਰ ਨਹੀਂ ਰੱਖੋਗੇ। ਇਹ ਨਿਸ਼ਕਾਮ ਸੇਵਾ ਦਾਸ ਦੇ ਪੱਲੇ ਹੀ ਰਹਿਣ ਦਿਓ। ਹੱਥ ਖਿੱਚ ਲਿਆ, ਇੰਨੀ ਬੇਰੁਖੀ। ਇਹਦਾ ਮਤਲਬ ਮੈਂ ਸਮਝਾਂ ਤੁਸੀਂ ਮੇਰੇ ਕੋਲੋਂ ਕਰ ਲਿਆ ਕਿਨਾਰਾ। ਪ੍ਰੋਫੈਸਰ ਸਾਹਿਬ, ਅਫਸੋਸ ਵਾਲੀ ਥਾਂ ਤੇ ਬਹੁਤਾ ਪਾਈਦਾ ਨਹੀਂ ਖਲਾਰਾ, ਬਸ ਸਮਝੀ ਦਾ ਇਸ਼ਾਰਾ। ਹਾਂਜੀ। ਓ ਯੈਸ,